गुड मॉर्निंग ऑल। मैं मोनिका मेहता, साइंस मिस्टर GSS लोगड़। अज ਤੁਹਾਨੂੰ करा रहे हैं पीरियोडिक प्रॉपर्टीज़ ऑफ एलीमेंट। पीरियोडिक प्रॉपर्टीज़ ऑफ एलिमेंट्स एलिमेंट्स दैन इस पीरियोडिक प्रॉपर्टी ऑफ एलिमेंट्स च क्या है, पीरियोडिक टेबल। इसनूं करन तो पहलां असीं क्या करांगे, लाइक पीरियोडिक प्रॉपर्टी ऑफ एलीमेंट्स दे विच असी पीरियोडिक टेबल कर रहे हैं। पीरियोडिक टेबल च क्या दिखाया है, रिकॉर्डिंग बड़ी मुश्किल। दिस इज़ द पीरियोडिक टेबल, ठीक है। मॉडर्न पीरियोडिक टेबल है ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆ ਫੈਮਿਲੀ ਹੈਗੀ ਹੈ ਗਰੁੱਪ, ਇਹਨਾਂ ਨੂੰ ਵਰਟੀਕਲ ਕਾਲਮਸ ਨੂੰ ਅਸੀਂ ਕੀ ਕਹਿੰਦੇ ਆ, ਗਰੁੱਪ, ਅਤੇ ਹੌਰੀਜ਼ੈਂਟਲਸ ਨੂੰ ਅਸੀਂ ਕੀ ਕਹਿੰਦੇ ਆ, ਪੀਰੀਅਡਸ, ਆਰ ਨੋਨ ਐਜ਼ ਪੀਰੀਅਡਸ। ਤਾਂ ਇਹਦੇ ਵਿੱਚ 18 ਗਰੁੱਪ ਹੈਗੇ ਆ ਔਰ 7 ਪੀਰੀਅਡ ਇਨ ਦੀ ਲੌਂਗ ਫॉर्म ऑफ पीरियोडिक टेबल। 18 groups and 18 group and 7 periods। this is the modern periodic table। ਇਹ ਕੀ ਹੈ, ਇੱਕ modern periodic table ਹੈ ਜੋ ਅੱਜ ਕੱਲ੍ਹ ਐਪਲੀਕੇਬਲ ਹੈਗਾ periodic table। this is ਤਾਂ ਇਹਦੇ ਵਿੱਚ ਜੋ ਹੈ ਪੀਰੀਓਡਿਕ ਟੇਬਲ ਦੇ ਵਿੱਚ ਸਭ ਤੋਂ ਪਹਿਲਾਂ ਆ ਜਿਹੜੀ ਫੈਮਿਲੀ ਹੈ ਇਹਨਾਂ ਨੂੰ ਕੀ ਕਹਿੰਦੇ ਆ, ਅਲਕਲੀ ਮੈਟਲਸ। these are the alkali metals। second group alkaline earth metals और ये बोरन फैमिली। this is the बोरन फैमिली, कार्बन, नाइट्रोजन, ऑक्सीजन, फ्लोरीन वाली फैमिली ਨੂੰ ਹੈਲੋਜਨਸ भी ਕਹਿੰਦੇ ਆ, ठीक है। और दिस इज़ noble gases। these are the noble gases। why they are called noble gases, क्योंकि they will not react with anyone, that's why they are known as the noble gases। ਤਾਂ ਪਹਿਲਾਂ ਅਸੀਂ ਇਹਨਾਂ ਦੀ ਕਲਾਸੀਫਿਕੇਸ਼ਨ ਕਰ ਰਹੇ ਹੈਗੇ ਆ ਕਿ ਸਭ ਤੋਂ ਪਹਿਲੇ ਗਰੁੱਪ 'ਚ ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਰੋਵੀਡੀਅਮ, ਸੀਜ਼ੀਅਮ ਅਤੇ ਫਰੈਂਸੀਅਮ ਆਉਂਦਾ। ਇਹਨਾਂ ਨੂੰ ਅਸੀਂ ਅਲਕਲੀ ਮੈਟਲਸ ਕਹਿੰਦੇ ਹਾਂ ਕਿਉਂਕਿ ਇਹਨਾਂ ਦੇ ਸੋਲਿਊਸ਼ਨਸ ਕਿਆ ਹੁੰਦੇ, ਬੇਸਿਕ ਇਨ ਨੇਚਰ ਹੋਣਗੇ। ਇਹਨਾਂ ਦੇ ਸੋਲਿਊਸ਼ਨ ਕਿਆ ਹੋਣਗੇ, ਬੇਸਿਕ ਇਨ ਨੇਚਰ। ਫਿਰ ਅਲਕਲਾਈਨ ਅਰਥ ਮੈਟਲ ਦੇ ਆਰ ਆਲਸੋ ਬੇਸਿਕ। ਉਸ ਤੋਂ ਬਾਅਦ ਇੱਧਰ ਕਿਆ ਹੈਗੀਆਂ ਤੁਹਾਡੀਆਂ ਨੋਨ ਮੈਟਲਸ, ਦੀਜ਼ ਆਰ ਨੋਨ ਮੈਟਲਸ, ਠੀਕ ਹੈ। ਇਹ ਸਾਰੀਆਂ ਕੀ ਹੈਗੀਆਂ, ਮੈਟਲਸ ਕਿਆ ਹੁੰਦੀਆਂ। ਅਤੇ ਇੱਧਰ ਵਿਚਕਾਰ ਜੋ ਹੈ ਰੈੱਡ ਵਾਲੇ ਪੋਰਸ਼ਨ 'ਚ ਦਿਖਾਇਆ, ਦੀਜ਼ ਆਰ ਦੀ ਮੈਟੇਲੋਇਡਸ। ਇਹਨਾਂ ਨੂੰ ਕੀ ਕਹਿੰਦੇ ਆ, ਮੈਟੇਲੋਇਡਸ। ਹੁਣ ਮੈਟਲਸ ਕਿਆ ਹੁੰਦੀ ਹੈ, ਮੈਟਲਸ ਜਿਨ੍ਹਾਂ ਤੋਂ ਦੇ ਆਰ ਡਕਟਾਈਲ ਮੈਟਲਸ ਆਰ ਡਕਟਾਈਲ ਇਨ ਨੇਚਰ, ਡਕਟਾਈਲ, ठीक है। शीट्स बना सकिए, शीट्स। और मेलाबल मेटल्स आर मेलाबल, दे आर मेलाबल इन नेचर। मीन्स वायर एंड शीट्स कैन बी मेड फ्रॉम दैम। और मेटल्स क्या होंदियां, शाइनिंग लस्ट्रस ड्यू टू प्रेजेंस ऑफ इलेक्ट्रॉन इन दी आउटरमोस्ट ऑर्बिटल। these are the properties, ductile, malleable, lustrous, good conductor of electricity ਹੋਣਗੀਆਂ। ਮੈਟਲਸ ਸ਼ੀਟਾਂ ਬਣਾ ਸਕਦੇ ਹਾਂ, ਖਿੱਚਣ ਯੋਗਤਾ, ਕੁੱਟਣ ਯੋਗਤਾ, ਸੋਲਿਡ ਹੋਣਗੀਆਂ, ਕੰਪਰੈਸਿਬਲ ਨਹੀਂ ਹੁੰਦੀਆਂ। ਮੈਟਲਸ ਨੂੰ ਕਾਂਟ ਵੀ ਕੰਪਰੈਸ ਅਤੇ ਫਲੋ ਨਹੀਂ ਕਰ ਸਕਦੀਆਂ, ठीक है। these are the properties, they are good conductor of the heat and electricity। that's why the copper is used for making the wires, electrical wires ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਇੱਥੇ ਦੇਖੋ ਕਾਪਰ, ਸਿਲਵਰ, ਗੋਲਡ, ਨਿਕਲ, ਇਹਨਾਂ ਦੇ ਅਸੀਂ ਕਿਆ ਬਣਾਉਂਦੇ ਸੀ, ਕੁਆਇਨਸ ਬਣਾਉਣ ਦੇ ਪੁਰਾਣੇ ਜ਼ਮਾਨੇ 'ਚ ਯੂਜ਼ ਕੀਤੇ ਜਾਂਦੇ ਸੀ। ਤਾਂ ਕਰਕੇ ਇਹਨਾਂ ਨੂੰ ਕੁਆਇਨੇਜ਼ ਮੈਟਲਸ ਵੀ ਕਹਿੰਦੇ ਹਨ, ਠੀਕ ਹੈ। this was the just a introduction about the periodic table। these are the S block elements,
ਤੇ ਇਹਨਾਂ ਨੂੰ ਪੀ ਬਲੋਕ ਤੇ ਆ ਡੀ ਬਲੋਕ। ਇੱਥੇ ਟ੍ਰਾਂਜੀਸ਼ਨ ਐਲੀਮੈਂਟਸ ਹੁੰਦੇ ਆ ਲੈਂਥੇਨਾਈਡ ਐਂਡ ਐਕਟੇਨਾਈਡਸ, ਠੀਕ ਹੈ। ਲੈਂਥੇਨਾਈਡ ਐਂਡ ਐਕਟੇਨਾਈਡਸ these are the F block elements। ਸਭ ਤੋਂ ਪਹਿਲਾਂ ਦੁਬਾਰਾ ਦੇਖੋ ਇੱਧਰ ਕੀ ਹੈਗੀਆਂ ਤੁਹਾਡੀਆਂ ਮੈਟਲਸ, these are the metals। ਇਹ ਕੀ ਹੋਣਗੀਆਂ ਨੌਨ ਮੈਟਲ ਅਤੇ ਇਹਨਾਂ ਦੇ ਵਿੱਚ ਮੈਟਲੋਇਡਸ। ਕੋਈ ਇੱਕ ਮੈਟਲ ਦੱਸੋ ਜਿਹੜੀ ਰੂਮ ਟੈਂਪਰੇਚਰ 'ਤੇ ਲਿਕੁਡ ਸਟੇਟ 'ਚ ਹੁੰਦੀ ਆ, ਉਹ ਕੀ ਹੋਏਗੀ? ਮਰਕਰੀ। ਮਰਕਰੀ ਇਜ਼ ਲਿਕੁਡ ਐਟ ਰੂਮ ਟੈਂਪਰੇਚਰ, ਮਰਕਰੀ ਇਜ਼ ਇਨ ਦੀ ਲਿਕੁਡ ਸਟੇਟ। ਔਰ ਨੌਨ ਮੈਟਲਸ ਹੈ ਜ਼ਿਆਦਾਤਰ ਗੈਸਿਸ ਹੁੰਦੀਆਂ, ਨੋਬਲ ਗੈਸਿਸ, ਬ੍ਰੋਮੀਨ, ਕਲੋਰੀਨ, ਫਲੋਰੀਨ, ਨਾਈਟ੍ਰੋਜਨ, ਆਕਸੀਜਨ। ਇਹ ਕੀ ਹੈ? ਜ਼ਿਆਦਾਤਰ ਗੈਸਿਸ। ਇੱਕ ਨੌਨ ਮੈਟਲ ਜਿਹੜੀ ਕੀ ਹੈ ਲਿਕੁਡ ਹੈ, ਉਹ ਕਿਆ ਹੋਏਗੀ? ਬ੍ਰੋਮੀਨ। ਬ੍ਰੋਮੀਨ ਇਜ਼ ਏ ਲਿਕੁਡ ਨੌਨ ਮੈਟਲ ਹੈ ਔਰ ਇਹ ਕਿਹੜੀ ਸਟੇਟ 'ਚ ਹੁੰਦੀ ਹੈ? ਲਿਕੁਡ ਸਟੇਟ 'ਚ ਹੋਏਗੀ। ਤਾਂ ਦਿਸ ਵਾਜ਼ ਅਬਾਊਟ ਦੀ 18 ਗਰੁੱਪ। ਅਗੇਨ ਯੂ ਕੈਨ ਸੀ ਹਾਊ ਵੀ ਨੰਬਰ ਦੈਨ 1 2, ਫਿਰ 10 ਗਰੁੱਪ ਇਹ ਹੋ ਗਏ, ਤਾਂ ਇਹ 10 ਹੋ ਗਏ, 11 13 14th 15ਵਾਂ ਗਰੁੱਪ, 16ਵਾਂ 17ਵਾਂ ਅਤੇ 18ਵਾਂ ਗਰੁੱਪ। ਇੱਦਾਂ ਇਹਨਾਂ ਦੀ ਨੰਬਰਿੰਗ ਕੀਤੀ ਜਾਂਦੀ ਹੈਗੀ ਹੈ। ਕਿਵੇਂ ਇੱਥੇ 13 ਕਿਵੇਂ ਆਇਆ? 13th ਗਰੁੱਪ। 10 ਤਾਂ ਇਹ ਵਾਲੇ ਹੋ ਗਏ, 2 ਗਰੁੱਪ ਇਹ, ਠੀਕ ਹੈ। ਟੋਟਲ ਕਿੰਨੇ ਹੋ ਗਏ? 12 ਤੋਂ ਬਾਅਦ ਉਦੋਂ ਬਾਅਦ ਕਿਹੜਾ ਨੰਬਰ ਆਏਗਾ? 13 ਤੋਂ ਬਾਅਦ 18। ਹੁਣ ਇਸ ਪੀਰੀਓਡਿਕ ਟੇਬਲ ਨੂੰ ਜਲਦੀ ਕਿਵੇਂ ਯਾਦ ਕਰਨਾ ਹੈਗਾ, ਉਹਦੇ ਲਈ ਅਸੀਂ ਨਿਮੋਨਿਕਸ ਟੈਕਨੀਕ ਯੂਜ਼ ਕਰਦੇ ਹੈਗੇ ਹਾਂ। ਦੈਨ ਕਮ ਟੂ ਦੀ ਨੈਕਸਟ ਪੇਜ ਕਿ ਨਿਮੋਨਿਕ ਟੈਕਨੀਕ ਦੀ ਹੈਲਪ ਨਾਲ ਅਸੀਂ ਇਹ ਐਲੀਮੈਂਟਸ ਨੂੰ ਅਸੀਂ ਪਹਿਲੇ ਗਰੁੱਪ 'ਚ ਜਿਵੇਂ ਸੋਡੀਅਮ, ਪੋਟਾਸ਼ੀਅਮ, ਲਿਥੀਅਮ ਫਸਟ ਗਰੁੱਪ 'ਚ ਪਲੇਸ ਕੀਤੇ ਹੋਏ ਆ। ਕਿਉਂ ਪਲੇਸ ਕੀਤੇ ਹੋਏ ਆ? ਕਿਉਂਕਿ ਇਹਨਾਂ ਦੇ ਆਊਟਰ ਮੋਸਟ ਔਰਬਿਟਲ 'ਚ 1 ਇਲੈਕਟ੍ਰੋਨ ਆ ਰਿਹਾ, ਤਾਂ ਇਹਨਾਂ ਨੂੰ ਆਊਟਰ ਮੋਸਟ ਔਰਬਿਟਲ ਕੰਟੇਨਸ ਦੀ 1 ਇਲੈਕਟ੍ਰੋਨ, ਠੀਕ ਹੈ। ਤਾਂ ਇਹਨਾਂ ਨੂੰ ਪਹਿਲੇ ਗਰੁੱਪ 'ਚ ਅਸੀਂ ਰੱਖਾਂਗੇ। ਦੀਜ਼ ਆਰ ਪਲੇਸਡ ਇਨ ਦੀ ਫਸਟ ਗਰੁੱਪ, ਠੀਕ। ਦੈਟਸ ਵਾਈ ਇਹ ਕੀ ਹੈ? ਪਹਿਲੇ ਗਰੁੱਪ 'ਚ ਰੱਖੇ ਗਏ ਆ ਲਿਥੀਅਮ, ਸੋਡੀਅਮ, ਪੋਟਾਸ਼ੀਅਮ। ਇਹ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ। ਐਜ਼ ਵੀ ਗੋ ਡਾਊਨ ਦੀ ਗਰੁੱਪ ਸਾਈਜ਼ ਕੀ ਆ? ਵੱਧ ਰਿਹਾ ਹੈਗਾ। ਅਤੇ ਉਸ ਤੋਂ ਬਾਅਦ ਹੈਗਾ ਅਸੀਂ ਸਾਈਜ਼ ਵਗੈਰਾ ਕਰ ਰਹੇ ਹਾਂ ਹੁਣੇ। ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ, ਇਹਨਾਂ 'ਚ 1 ਇਲੈਕਟ੍ਰੋਨ ਹੈਗਾ ਹੈ ਆਊਟਰ ਮੋਸਟ ਔਰਬਿਟਲਸ 'ਚ, ਤਾਂ ਕਰਕੇ ਇਹਨਾਂ ਨੂੰ ਫਸਟ ਗਰੁੱਪ 'ਚ ਰੱਖਿਆ ਗਿਆ ਅਕੋਰਡਿੰਗ ਟੂ ਇਲੈਕਟ੍ਰੋਨਿਕ ਕਨਫੀਗਰੇਸ਼ਨ। ਦੇ ਆਰ ਪਲੇਸਡ ਇਨ ਦੀ ਫਸਟ ਗਰੁੱਪ। ਨਾਓ ਵੀ ਹੈਵ ਟੂ ਸਟੱਡੀ ਹਾਊ। ਪਹਿਲਾਂ ਨੂੰ ਪੀਰੀਓਡਿਕ ਟੇਬਲ ਨੂੰ ਯਾਦ ਕਰਨ ਦੀ ਟੈਕਨੀਕ ਇੱਕ ਨਿਮੋਨਿਕਸ ਟੈਕਨੀਕ ਹੈਗੀ ਆ ਫਨੀ ਜੀ। ਤਾਂ ਇਹਦੇ ਲਈ ਹਲੀਨਾ, ਯੂ ਕੈਨ ਰਿਮੈਂਬਰ ਦੀ ਵਰਡ ਹਲੀਨਾ ਤਾਂ ਲਿਖ ਲਓ ਹਲੀਨਾ ਨੇ ਕੀ ਰੱਬ ਸੇ ਫਰਿਆਦ। ਸਪੋਜ਼ ਹਲੀਨਾ ਇੱਕ ਕੁੜੀ ਦਾ ਨਾਮ ਹੈ, ਉਹਨੇ ਰੱਬ ਨੂੰ ਫਰਿਆਦ ਕੀਤੀ। ਤਾਂ ਹਾਈਡਰੋਜਨ, ਲਿਥੀਅਮ, ਸੋਡੀਅਮ, ਰੂਬੀਡੀਅਮ, ਸੀਜ਼ੀਅਮ ਅਤੇ ਫਰੈਂਸੀਅਮ। ਇਸ ਟੈਕਨੀਕ ਨਾਲ ਅਸੀਂ ਕੀ ਆ? ਫਸਟ ਗਰੁੱਪ ਨੂੰ ਯਾਦ ਕਰ ਲਿਆ। ਦੈਨ ਸੈਕਿੰਡ ਗਰੁੱਪ ਨੂੰ ਯਾਦ ਕਰਨਾ ਹੈਗਾ ਬ੍ਰਿੰਗ ਆਲੂ, ਗਾਜਰ ਇਨ ਥੈਲੀ, ਠੀਕ ਹੈ। ਮੈਂ ਕੀ ਬੋਲਿਆ? ਬ੍ਰਿੰਗ ਆਲੂ, ਗਾਜਰ ਇਨ ਥੈਲੀ। ਤਾਂ ਇਹਦੇ ਨਾਲ ਬੋਰੋਨ, ਅਲਮੀਨੀਅਮ, ਗੇਲੀਅਮ, ਇੰਡੀਅਮ ਅਤੇ ਥੇਲੀਅਮ। ਦਿਸ ਵੇ ਤੁਸੀਂ ਸੈਕਿੰਡ ਗਰੁੱਪ ਯਾਦ ਕਰ ਸਕਦੇ ਹੋ। ਹੁਣ ਥਰਡ ਗਰੁੱਪ ਨੂੰ ਯਾਦ ਕਰਨਾ ਹੈਗਾ ਕੈਪਟਨ ਸਿਕੰਦਰ ਜੀ ਸਨ। ਕੈਪਟਨ ਸਿਕੰਦਰ ਜੀ ਸਨ ਪੰਜਾਬ। ਐਂਡ 'ਤੇ ਕੀ ਆ ਜਾਊਗਾ? ਪੰਜਾਬ। ਕੈਪਟਨ ਸਭ ਨੂੰ ਪਤਾ ਹੈ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ। ਉਸ ਤੋਂ ਅਸੀਂ ਇਹ ਵਾਲੀ ਨਿਮੋਨਿਕ ਟੈਕਨੀਕ ਬਣਾਈ ਹੈਗੀ ਹੈ। ਕੈਪਟਨ ਸਿਕੰਦਰ ਜੀ ਸਨ ਪੰਜਾਬ,
ਠੀਕ ਹੈ। ਕੈਪਟਨ ਸਿਕੰਦਰ ਜੀ ਸਨ ਪੰਜਾਬ ਦੇ। ਇੱਦਾਂ ਕਰਕੇ ਤੁਸੀਂ ਕਾਰਬਨ ਫੈਮਿਲੀ ਨੂੰ ਯਾਦ ਕਰ ਸਕਦੇ ਹੋ। ਅਗਲਾ ਹੈਗਾ ਨੋ ਪਾਪਾ ਅਸੀਂ ਸਭ ਬਿਮਾਰ। ਠੀਕ ਹੈ। ਇੱਦਾਂ ਕਰਕੇ ਨਾਈਟ੍ਰੋਜਨ, ਫੋਸਫੋਰਸ, ਆਰਸੈਨਿਕ, ਐਂਟੀਮਨੀ ਐਂਡ ਬਿਸਮਥ। ਦਿਸ ਵੇ ਤੁਸੀਂ ਇਸ ਨੋ ਪਾਪਾ ਅਸੀਂ ਸਭ ਬਿਮਾਰ ਨਾਈਟ੍ਰੋਜਨ ਫੈਮਿਲੀ ਨੂੰ ਯਾਦ ਕਰ ਸਕਦੇ ਹੋ। ਉਸ ਤੋਂ ਬਾਅਦ ਉਸ ਤੇਰਾ ਪੁੱਛਿਆ ਮੀਨਸ ਕੋਈ ਬੱਚਾ ਬਿਮਾਰ ਹੈਗਾ ਤਾਂ ਉਹਨੂੰ ਦੂਸਰਾ ਬੱਚਾ ਪੁੱਛ ਰਿਹਾ ਉਸ ਤੇਰਾ ਹਾਲ ਪੁੱਛਿਆ। ਉਸ ਤੁਝੇ ਪੁੱਛਾ। ਠੀਕ ਹੈ। ਉਸਨੇ ਤੁਝੇ ਪੁੱਛਾ, ਉਸ ਤੁਝੇ ਪੁੱਛਾ। ਤਾਂ ਇੱਦਾਂ ਕਰਕੇ ਤੁਸੀਂ ਆਕਸੀਜਨ ਫੈਮਿਲੀ ਨੂੰ ਨਿਮੋਨਿਕਸ ਟੈਕਨੀਕ ਨਾਲ ਯਾਦ ਕਰ ਸਕਦੇ ਹੋ। ਦੈਨ ਫਲੋਰੀਨ ਫਾਈਂਡ CBI ਐਟ ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ ਅਤੇ ਐਸਟੇਨਾਈਨ। ਫਾਈਂਡ CBI ਐਟ। ਠੀਕ ਹੈ। ਕਿਤੇ ਵੀ ਸਾਨੂੰ ਫਾਈਂਡ CBI ਦਾ ਕੰਮ ਕੀ ਹੁੰਦਾ, ਫਾਈਂਡ ਆਊਟ ਕਰਨਾ। ਤਾਂ ਇੱਦਾਂ ਫਲੋਰੀਨ ਫੈਮਿਲੀ ਨੂੰ ਤੁਸੀਂ ਯਾਦ ਕਰ ਸਕਦੇ ਹੋ। ਇਹ ਯਾਦ ਹੀ ਹੋ ਜਾਂਦੀ ਹੈ। ਇਨ ਦੀ 10th ਕਲਾਸ ਸਾਨੂੰ ਇੱਕ ਤਾਂ ਫਸਟ ਸੈਕਿੰਡ ਪੀਰੀਅਡ ਤੱਕ, ਠੀਕ, ਔਰ ਥਰਡ ਪੀਰੀਅਡ ਕੈਲਸ਼ੀਅਮ ਤੱਕ ਸਾਨੂੰ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਆਉਂਦੀ ਹੈਗੀ ਹੈ। ਠੀਕ ਹੈ। ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿਵੇਂ ਲਿਖਣੀ ਹੁੰਦੀ ਹੈ ਉਹ ਅੱਗੇ ਤੁਹਾਨੂੰ ਦੱਸਦੇ ਹੈਗੇ ਆ ਕਿੱਦਾਂ ਔਰਬਿਟਲਸ 'ਚ। ਜਿਵੇਂ ਲਿਥੀਅਮ ਹੈ, ਲਿਥੀਅਮ ਦਾ ਅਟੋਮਿਕ ਨੰਬਰ ਕਿੰਨਾ ਹੋ ਗਿਆ 3। ਤਾਂ ਕੇ ਅਤੇ L ਦੇ ਵਿੱਚ ਇਲੈਕਟ੍ਰੋਨਸ ਦਿਖਾਏ ਹੈਗੇ ਆ, ਪਹਿਲਾਂ 2 ਅਤੇ 1। ਠੀਕ ਹੈ। ਲਿਥੀਅਮ ਦਾ ਅਟੋਮਿਕ ਨੰਬਰ ਤੋਂ ਇਲੈਕਟ੍ਰੋਨਸ ਦੀ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੁੰਦੇ ਆ ਉਹਦੇ ਬਾਰੇ ਪਤਾ ਚੱਲਦਾ। ਤਾਂ ਇਹਦੀ ਸਹੀ ਢੰਗ ਨਾਲ ਅਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੋਵੇ KL। ਲਿਥੀਅਮ ਦਾ ਅਟੋਮਿਕ ਨੰਬਰ 3 ਹੈ 2 1। ਕਿਉਂਕਿ ਆਊਟਰ ਮੋਸਟ ਇਲੈਕਟ੍ਰੋਨ ਔਰਬਿਟਲ 'ਚ ਕਿੰਨੇ ਇਲੈਕਟ੍ਰੋਨ ਆ ਰਹੇ ਆ 1। ਤਾਂ ਇਹਨੂੰ ਕਿਹੜੇ ਗਰੁੱਪ 'ਚ ਪਲੇਸ ਕਰਾਂਗੇ, ਫਸਟ ਗਰੁੱਪ 'ਚ ਰੱਖਾਂਗੇ। ਤਾਂ ਇਹ ਪਹਿਲੇ ਗਰੁੱਪ 'ਚ ਆਉਂਦੇ ਆ ਅਕੋਰਡਿੰਗ ਟੂ ਆਊਟਰ ਮੋਸਟ ਇਲੈਕਟ੍ਰੋਨ। ਸਭ ਤੋਂ ਬਾਹਰਲੇ ਔਰਬਿਟਲ 'ਚ ਕਿੰਨੇ ਇਲੈਕਟ੍ਰੋਨ ਹੈਗੇ ਆ 1। ਠੀਕ ਹੈ। ਅਤੇ ਡਾਊਨ ਦੀ ਗਰੁੱਪ ਅਸੀਂ ਦੇਖੀਏ ਤਾਂ ਸਾਈਜ਼ ਕਿਆ ਹੈ, ਸਾਈਜ਼ ਗੋਜ਼ ਔਨ, ਸਾਈਜ਼ ਇਨਕਰੀਜ਼ਸ। ਠੀਕ। ਦੈਨ ਨੈਕਸਟ ਹੈਗੀ ਆ ਤੁਹਾਡੀ ਸਲਾਈਡ ਕਿ ਪੀਰੀਓਡਿਕ ਟੇਬਲ 'ਚ ਕਿਸ ਤਰ੍ਹਾਂ ਵੇਰੀਏਸ਼ਨ ਹੁੰਦੀ ਆ ਪ੍ਰੋਪਰਟੀਜ਼ ਦੀ। ਸਭ ਤੋਂ ਪਹਿਲਾਂ ਸਾਈਜ਼ ਲੈਂਦੇ ਹਾਂ, ਡਾਊਨ ਦੀ ਗਰੁੱਪ ਜਾਂਦੇ ਹਾਂ ਅਸੀਂ ਤਾਂ ਔਰਬਿਟਲਸ ਇਨਕਰੀਜ਼ ਹੋ ਰਹੇ ਆ, ਨੰਬਰ ਆਫ ਔਰਬਿਟਲਸ ਦੇ। ਜਿਵੇਂ ਹਾਈਡਰੋਜਨ 'ਚ 1, ਲਿਥੀਅਮ 'ਚ 2 1, ਸੋਡੀਅਮ 'ਚ 2 8 1। ਠੀਕ ਹੈ। ਤਾਂ ਜਿਵੇਂ ਜਿਵੇਂ ਔਰਬਿਟਲਸ ਵਧੀ ਜਾ ਰਹੇ ਆ ਤਾਂ ਸਾਈਜ਼ ਕਿਆ ਹੈ, ਡਾਊਨ ਦੀ ਗਰੁੱਪ ਇਨਕਰੀਜ਼ਸ। ਡਾਊਨ ਦੀ ਗਰੁੱਪ ਸਾਈਜ਼ ਕਿਆ ਹੈ, ਇਨਕਰੀਜ਼ ਹੋਏਗਾ। ਔਰ ਇਹ ਔਰਬਿਟਲਸ ਵੀ ਇਨਕਰੀਜ਼ ਹੋ ਰਹੇ ਆ ਤਾਂ ਇਹ ਕੀ ਹੈ, ਜਿਵੇਂ 3 ਔਰਬਿਟਲ ਯੂਜ਼ ਹੋਏ ਆ ਇੱਥੇ। ਠੀਕ ਹੈ। ਤਾਂ ਇਹ ਥਰਡ ਪੀਰੀਅਡ 'ਚ ਹੋਊਗਾ। ਸੋਡੀਅਮ ਥਰਡ ਪੀਰੀਅਡ 'ਚ ਹੋਏਗਾ ਔਰ ਲਿਥੀਅਮ ਕੀ ਹੈ, ਪਹਿਲੇ ਪੀਰੀਅਡ 'ਚ ਹੋਏਗਾ। ਇੱਧਰੋਂ ਫਰੋਮ ਲੈਫਟ ਟੂ ਰਾਈਟ ਸੈਕਿੰਡ 'ਚ ਅਸੀਂ ਚੱਲਦੇ ਹੈਗੇ ਆ। ਜਿਵੇਂ ਲਿਥੀਅਮ, ਇੱਥੇ ਹੈਗਾ ਬਰੀਲੀਅਮ ਅਤੇ ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਐਂਡ ਨਿਓਨ। ਨਿਓਨ ਤਾਂ ਮੋਨੋਅਟੋਮਿਕ ਹੋਏਗੀ ਕਿਉਂਕਿ ਇਹਦੇ ਵਿੱਚ 2 8 ਹੈ। ਨੋਬਲ ਗੈਸਿਸ ਹੁੰਦੀਆਂ, ਨੋਬਲ ਗੈਸਿਸ 'ਚ ਇਲੈਕਟ੍ਰੋਨਸ ਜਿਹੜੇ ਹੈ ਫੁੱਲੀ ਫਿਲਡ ਦੇ ਵਿਲ ਨਾਟ ਰਿਐਕਟ ਵਿਦ ਐਨੀ ਅਦਰ, ਨਾਈਦਰ ਗੇਨ ਆਫ ਇਲੈਕਟ੍ਰੋਨ ਟੇਕਸ ਪਲੇਸ ਨੋਰ ਲੋਸ। ਨਾ ਇਹ ਕਿਸੇ ਨੂੰ ਇਲੈਕਟ੍ਰੋਨ ਦਿੰਦੀਆਂ ਅਤੇ ਨਾ ਨੋਬਲ ਗੈਸਿਸ ਲੈਣਗੇ। ਠੀਕ। ਤਾਂ ਇੱਧਰ ਸੈਕਿੰਡ ਗਰੁੱਪ 'ਚ ਜਿਹੜਾ ਸਾਈਜ਼ ਹੈ ਐਜ਼ ਵੀ ਗੋ ਫਰੋਮ ਦੀ ਲਿਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ ਅਤੇ ਫਲੋਰੀਨ। ਠੀਕ ਹੈ। ਇਹਦੇ ਵਿੱਚ ਪੋਜ਼ੀਟਿਵ 3 ਚਾਰਜ 4 5। ਠੀਕ। ਇਹਦੇ ਸੈਂਟਰ 'ਚ ਨੰਬਰ ਆਫ ਪ੍ਰੋਟੋਨਸ ਦੀ ਗੱਲ ਕਰ ਰਹੇ ਹਾਂ। ਨੰਬਰ ਆਫ ਪ੍ਰੋਟੋਨਸ ਕਿੰਨੇ ਆ 9। ਤਾਂ ਐਜ਼ ਦੀ ਪੋਜ਼ੀਟਿਵ ਚਾਰਜ ਇਨ ਦੀ ਨਿਊਕਲੀਅਰ ਚਾਰਜ ਇਨਕਰੀਜ਼ਸ ਤਾਂ ਔਰਬਿਟਲ ਕਿਆ ਇੱਕ ਦੂਜੇ ਦੇ ਕਲੋਜ਼ ਆ ਜਾਣਗੇ, ਸਾਈਜ਼ ਕਿਆ ਹੋ ਜਾਏਗਾ ਡਿਕਰੀਜ਼ਸ। ਐਜ਼ ਵੀ ਗੋ ਫਰੋਮ ਟੂ ਲੈਫਟ ਟੂ ਰਾਈਟ ਸਾਈਜ਼ ਕਿਆ ਹੈ ਡਿਕਰੀਜ਼ਸ। ਠੀਕ ਹੈ।
डाउन द ग्रुप साइज़ क्या है, इनक्रीज, साइज़ की गल कर रहे हैं सिर्फ। तो नीचे जाने ऑर्बिटल ऐड हो जाते हैं, तां करके साइज़ की है वधदा जाता है। इधर पॉजिटिव चार्ज न्यूक्लियस दे विच चार्ज वधदा जाता है, दैट विल पुल दी ऑर्बिटल्स टूवर्ड इट सैल्फ टूवर्ड द न्यूक्लियस। तो साइज़ क्या है, डिक्रीज हो रहा है अलोंग दी पीरियड। दिस इज़ ऑल प्रॉपर्टीज डिपेंड अपॉन द एटॉमिक साइज़। ये सारियां की है मैटल्स, मैटल्स अदर की है नॉन मैटल, इन बिटवीन क्या आन गया, मैटलॉइड। ਹੁਣ ਮੈਟਾਲॉइड क्या ਹੁੰਦੀਆਂ, ਉਪਧਾਂਤਾਂ, ਇਹਨਾਂ ਨੂੰ ਉਪਧਾਂਤਾਂ ਵੀ ਕਹਿੰਦੇ ਆ। ਉਪਧਾਂਤਾਂ ਦੇ ਜਿਹੜੇ ਕਰੈਕਟਰਿਸਟਿਕਸ ਹੈ ਉਹ ਇਨ ਬਿਟਵੀਨ ਹੋਣਗੇ, ਲਾਈਕ ਸਿਲੀਕॉन, ਜਰਮੇਨੀਅਮ, ਠੀਕ ਹੈ। ਸਮ ਪ੍ਰੋਪਰਟੀਜ਼ ਦੇ ਸ਼ੋ ਸਿਮਿਲਰ ਟੂ ਦੀ ਇੱਥੇ ਜਿਹੜੇ ਐਲੀਮੈਂਟਸ ਆਉਂਦੇ ਆ, ਬੋਰੋਨ, ਐਲੂਮੀਨੀਅਮ, ਠੀਕ ਹੈ। ਤਾਂ ਇਹ ਇਹਨਾਂ ਨੂੰ ਕੀ ਕਹਿੰਦੇ ਆ, ਮੈਟਾਲॉइड्स। ਇਹਨਾਂ ਦੇ ਕੁਝ ਕੁ ਕਰੈਕਟਰਿਸਟਿਕਸ ਮੈਟਲ ਦੀ ਤਰ੍ਹਾਂ ਹੁੰਦੇ ਆ, ਕੁਝ ਕੁ ਕਰੈਕਟਰਿਸਟਿਕ ਨੋਨ ਮੈਟਲਸ ਦੀ ਤਰ੍ਹਾਂ। ਤਾਂ ਕਰਕੇ ਇਹਨਾਂ ਨੂੰ ਐਜ਼ ਏ ਸੈਮੀ ਕੰਡਕਟਰ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ। ਦੇ ਆਰ ਯੂਜ਼ਡ ਐਜ਼ ਸੈਮੀ ਕੰਡਕਟਰ ਇਨ ਕੰਪਿਊਟਰ ਵੇਅਰ ਸਮਾਲ ਅਮਾਊਂਟ ਆਫ ਇਲੈਕਟ੍ਰੀਸਿਟੀ ਇਜ਼ ਰਿਕੁਆਇਰਡ। ਇਹ ਫਿਰ ਇਲੈਕਟ੍ਰੋਨਿਕ ਕਨਫਿਗਰੇਸ਼ਨ ਦਿਖਾਈ। ਅਕੋਰਡਿੰਗ ਟੂ ਇਲੈਕਟ੍ਰੋਨਿਕ ਕਨਫਿਗਰੇਸ਼ਨ these are having outermost orbital contains the one electron, that's why sodium, lithium, potassium, rubidium, they are placed in the first orbital. Now from in the second group जो neon है, this is the noble gas, ठीक है। noble gases ਹੈਗੀਆਂ neon ਵਗੈਰਾ। ਕਿਉਂ noble gases ਹੈਗੀਆਂ, ਇਹਨਾਂ ਦੇ ਇਹਦਾ ਅਟੋਮਿਕ ਨੰਬਰ ਕਿੰਨਾ ਹੁੰਦਾ, 1028। ਆਊਟਰਮੋਸਟ ਔਰਬਿਟਲ ਜੋ ਹੈ ਫੁੱਲੀ ਫਿਲਡ ਹੋਏਗਾ, ਫੁੱਲੀ ਫਿਲਡ ਆਊਟਰਮੋਸਟ ਔਰਬਿਟਲ ਦੇ ਕੰਟੇਨ ਦੀ 8 ਇਲੈਕਟ੍ਰੋਨ, ਦੇ ਵਿਲ ਨਾਈਦਰ ਰਿਐਕਟ ਵਿਦ ਐਨੀ ਵਨ। ਤਾਂ ਹੁਣ ਇਹਨਾਂ ਦਾ ਦੇਖਦੇ ਹਾਂ, ਲਿਥੀਅਮ, ਸੋਡੀਅਮ, ਸੈਕਿੰਡ ਗਰੁੱਪ, ठीक है। सेकेंड पीरियड दे अलॉन्ग क्या देखे, नेम द एलीमेंट्स फ्रॉम द सेकेंड पीरियड दैट एग्जिस्ट। कोवलेंट बॉन्ड किहड़े बनाएंगे, कार्बन। जिमें लिथियम ते कितना आएगा 1 पॉजिटिव चार्ज, बरीलियम ते 2, बोरॉन ते 3, दैन नाइट्रोजन ते -3, ऑक्सीजन ते 2, फ्लोरीन ते -1 एंड नियॉन विल नॉट रिएक्ट विद एनी वन। उन्हें चार्ज किमें आया, लिथियम है, लिथियम के 3 इलैक्ट्रॉन है। अगर इलैक्ट्रॉनिक कन्फिगरेशन देखिए तो आउटरमोस्ट 1 इलैक्ट्रॉन है, यह 1 इलैक्ट्रॉन लॉस करेगा तो की बनाएगा, कैटाइन बनाएगा, ठीक है। मैटल दे आइन बन गए। लॉस ऑफ इलैक्ट्रॉन हो रहे हैं तो मैटल तो की बन रहा है दे कैटाइनस बन रहे हैं। क्यों बन रहे हैं, क्योंकि टू ऑक्यूपाई दी ऑक्टेट रूल। According to octet rule, every elements want its outermost orbital contains either 2 or 8 electrons. Like I will give the example of sodium. Sodium having 11 electronic configuration, atomic number. The electronic configuration, it will lose 1 electron to form cation, so that the outermost orbital contains the 8 electron, follows the octet rule। ਤਾਂ ਹੁਣ ਇਹਦੇ ਵਿੱਚੋਂ 1 ਇਲੈਕਟ੍ਰੋਨ ਲੌਸ ਕਰਕੇ ਆਊਟਰਮੋਸਟ ऑर्बिटल हैव the octet rule, follows the octet rule ਕਿ ਆਊਟਰਮੋਸਟ ऑर्बिटल 'ਚ 8 ਇਲੈਕਟ੍ਰੋਨਸ ਹੈਗੇ ਆ। ਤਾਂ ਕਰਕੇ ਸੋਡੀਅਮ ਨੇ ਕੀ ਕਰ ਦੇਣਾ, 1 ਇਲੈਕਟ੍ਰੋਨ ਲੌਸ ਕਰ ਦੇਣਾ, दैट्स वाई, ठीक है। लिथियम विल लॉस 1 इलेक्ट्रॉन, बरीलियम 2 इलेक्ट्रॉन लॉस करेगा, बोरॉन 3 इलेक्ट्रॉन, but the carbon will not lose the electron because lot of energy is needed for the loss। नाइट्रोजन का देखो, नाइट्रोजन का एटॉमिक नंबर कितना होंदा है, 5725। आउटरमोस्ट किन्ने हैगे आ, 5 इलेक्ट्रॉन। टू कंप्लीट इट्स आउटरमोस्ट electronic octet to 5। How can nitrogen complete its octet? by gain of electrons। तो नाइट्रोजन ते कितना आ जाएगा, -3 चार्ज आ जाएगा। दिस वे नाइट्रोजन हैव -3, ऑक्सीजन -2, फ्लोरीन ते -1, नियोन हैव 10 इलेक्ट्रॉन, Kl 28।
ਤਾਂ ਇਟ ਵਿਲ ਨਾਈਦਰ ਗੇਨ नॉर लॉस, ठीक है, ना गेन करेगा वो ना लॉस करेगा। दिस इज़ नोन एज दी वैलेंसी, जो आउटर मोस्ट च जिन्ने इलैक्ट्रॉन होंदे उन्नी लॉस करेगा, ठीक है। तो यदि किन्नी पॉजिटिव 3, नाइट्रोजन दी -3, ऑक्सीजन दी -2, फ्लोरीन -1। इन दिस वे यू कैन सी कि वैलेंसी पहला की है इनक्रीज़ हो रही है, फिर की है डिक्रीज़ हो रही है। पर कार्बन की वैलेंसी जिहड़ी हैगी है, ना कार्बन 4 इलैक्ट्रॉन लएगा, ना कि लॉस करेगा, ना 4 इलैक्ट्रॉन ना गेन करेगा। इट विल फॉर्म दी शेयरिंग कंपाउंड, शेयरिंग करके इलैक्ट्रॉन्स दी कोवेलेंट कंपाउंड्स बनाएगा। कार्बन विल फॉर्म दी कोवेलेंट कंपाउंड बाय इलैक्ट्रॉन शेयरिंग। You can see others will form the ionic compound. Next, on the next slide we will do the how they will share loss or now say sodium to organ. Sodium same 281 the 1282 you can write, ठीक है, प्रॉपरली लिखनी हैगी आ। जैसे जिमें सोडियम का 11 है KLM281। sodium will lose 1 electron to form the sodium cation। now 28 electrons it will follow the octet rule, ठीक है। इस तरह सोडियम ते कितना चार्ज आ गया +1, मैग्नीशियम ते +2। दिस इज़ नोन एज दी वैलेंसी। इनू की कहने आ वैलेंसी कहने आ, संयोजकता बोलते हैं विच पंजाबी दे, ठीक है। थोड़ा साइंस च ज़्यादा इदा ही चलता। तो असी इनू कंप्लीट करना है। क्यू में भी क्यू की हो सकता है इत्थे भरो। पहले ग्रुप च है, सैकेंड देखो के ते एल, फस्ट ग्रुप च है, ठीक है। मीनस बारले च की होएगा 1 इलैक्ट्रॉन, के च 2 तो वध आ नहीं सकते। इसदा मतलब ये क्यू की है लिथियम है, क्योंकि आउटर मोस्ट च 1 इलैक्ट्रॉन है। इदा इन्होंने रिकोगनाइज करना है। लाइक इत्थे जिमें देखो जे क्या है 13 14 15 तो जे क्या होएगा नाइट्रोजन, ठीक है। विद योर इंटरनल नॉलेज यू कैन डू दिस। अगला क्वेश्चन क्या है, दिस अगेन XYZ ਜਾਂ कार्बन ਦੇ बाद क्या होएगा सिलिकॉन किमें कार्बन का 6 है तो 8 जोड़ दो, ਇਹਦਾ एटॉमिक नंबर कितना होएगा 14। तुसी मैजिक नंबर याद करने 2 8 8 18 18 32। these are known as the मैजिक नंबर्स। विद द हैल्प ऑफ मैजिक नंबर्स तुसी अगले दा जिमें कार्बन का सानू रिमैंबर हुंदा, ठीक है। 6 है, 6 दे विच 8 जोड़े तो सिलिकॉन का कितना आ जाएगा सोडियम 2 8। असी 6 दे विच 8 ऐड किते तो कितना आ गया 14। 14 किदा होएगा इहदा, ठीक है। फिर ऐड करो 22 आ जाएगा अगले दा। कार्बन कैप्टन सिकंदर जी सन तो जर्मेनियम का क्या आ जाएगा 22। इदा करके असी हर एक अगले दा जिमें ऑक्सीजन है ओस ऑक्सीजन सल्फर, ठीक है। 13 पूछया, ਇਹਦਾ कितना एटॉमिक नंबर है 8 8 ਤੇ 8 16। तो ਇਹਦੇ ਵਿੱਚ ਅਸੀਂ 8 ऐड किते, ठीक है। अगले च भी फिर 8 ऐड करांगे तो 24। ਇੱਦਾਂ ਨੈਕਸਟ ਦਾ एटॉमिक नंबर ਤੁਸੀਂ ਕੱਢ ਸਕਦੇ ਹੈਗੇ ਹੋ। ਦੈਨ ਕਿਹੜੇ ਪੀਰੀਅਡ 'ਚ ਬਿਲੋਂਗ ਕਰਦਾ ਬੀ, फस्ट पीरियड तो ग्रुप भी पहला, ठीक है। जिमें ए एलीमेंट्स है 17वें ग्रुप च ते सैकेंड पीरियड च। इत्थे इन्हों भरने है एलीमेंट्स नू 287। लाइक इलैक्ट्रॉनिक कन्फिगरेशन दी हुई है 287। तो ये टोटल सम कितना हो गया 17। 17 किदा हुंदा क्लोरीन का, ये किहड़े ग्रुप च होएगा ग्रुप नंबर 17। और पीरियड इत्थों देखना है किन्ने ऑर्बिटल भरे हुए हैं 3 1 2 3। तो थर्ड पीरियड और ग्रुप किहड़ा 17। इतना तुसी कैलकुलेशन मतलब देख सकते हो कि गिवन एलीमेंट्स बिलोंग्स टू। लाइक एलीमेंट सी नू देखो, ठीक है। ਇਹਦੇ ਵਿੱਚ किन्ने हैगी इलैक्ट्रॉनिक कन्फिगरेशन
KLM 288। ਟੋਟਲ ਸਮ ਕਿੰਨਾ ਹੋ ਗਿਆ 18। ਤਾਂ ਗਰੁੱਪ ਕਿਹੜਾ ਹੋਏਗਾ 18। ਪੀਰੀਅਡ ਕਿਹੜਾ ਹੋਏਗਾ ਇਹਦਾ ਪੀਰੀਅਡ ਕਿੰਨੇ ਆਰਬਿਟਲ ਭਰੇ ਹੋਏ ਆ ਤਾਂ ਦਿਸ ਬਿਲੋਂਗ ਟੂ ਦੀ ਥਰਡ ਪੀਰੀਅਡ। ਠੀਕ ਹੈ ਫਰੋਮ ਹੇਅਰ ਵੀ ਕੈਨ ਸੀ ਕਿ ਕਿਹੜੇ ਪੀਰੀਅਡ 'ਚ ਹੋਏਗਾ ਥਰਡ ਪੀਰੀਅਡ 'ਚ। ਔਰ ਟੋਟਲ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੈਗੇ ਆ 18। ਤਾਂ ਇਹ ਕਿਹੜੇ 'ਚ ਹੋਏਗਾ 18 'ਚ। ਆਊਟਰ ਮੋਸਟ ਆਰਬਿਟਲ ਨੂੰ ਦੇਖ ਕੇ ਅਸੀਂ ਇਹਨਾਂ ਦੀ ਠੀਕ ਹੈ ਕਿਹੜੇ ਗਰੁੱਪ 'ਚ ਹੋਏਗਾ ਅਤੇ ਕਿਹੜੇ ਪੀਰੀਅਡ 'ਚ ਹੋਏਗਾ ਉਹਦੇ ਬਾਰੇ ਦੱਸਦੇ ਹਾਂ। ਨਾਓ ਸੀ ਕਿ ਸੋਡੀਅਮ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਿਆ ਹੈ KLMN 281। ਇਟ ਵਿਲ ਲੌਸ 1 ਇਲੈਕਟ੍ਰੋਨ ਟੂ ਫਾਰਮ ਦੀ ਕੇਟਾਈਨ। ਇਹ ਕੀ ਬਣਾਏਗਾ ਕੇਟਾਈਨ K ਅਤੇ L ਦੇ ਵਿੱਚ 2 ਅਤੇ 8। ਨਾਓ ਟੂ ਫੋਲੋ ਦੀ ਔਕਟੇਟ ਰੂਲ ਨੂੰ ਫੋਲੋ ਕਰਨ ਲਈ ਸੋਡੀਅਮ ਨੇ ਕੀ ਕੀਤਾ ਲੌਸ ਆਫ ਇਲੈਕਟ੍ਰੋਨ ਵਿਲ ਟੇਕਸ ਪਲੇਸ। ਲੌਸ ਆਫ ਇਲੈਕਟ੍ਰੋਨ ਹੋ ਰਿਹਾ ਤਾਂ ਸੋਡੀਅਮ ਤੋਂ ਕੀ ਬਣ ਰਿਹਾ ਹੈਗਾ ਸੋਡੀਅਮ ਦਾ ਕੇਟਾਈਨ। ਦਿਸ ਇਜ਼ ਨੋਨ ਐਸ ਦੀ ਕੇਟਾਈਨ। ਠੀਕ ਹੈ ਲੌਸ ਆਫ ਇਲੈਕਟ੍ਰੋਨ ਹੋਏਗਾ ਤਾਂ ਕੇਟਾਈਨ ਬਣਦੇ ਆ। ਸਿਮਿਲਰਲੀ ਆਕਸੀਜਨ ਦਾ ਅਟੋਮਿਕ ਨੰਬਰ ਕਿੰਨਾ ਹੈਗਾ 8। ਇਲੈਕਟ੍ਰੋਨਿਕ ਕਨਫਿਗਰੇਸ਼ਨ ਕਿੰਨੀ ਹੋ ਗਈ 2 6। ਆਕਸੀਜਨ will how it can gain 2 electron to form 8 electron। ਤਾਂ ਆਕਸੀਜਨ ਆਕਟੇਟ ਕੰਪਲੀਟ ਕਰਨ ਲਈ ਤਾਂ ਆਕਸੀਜਨ 'ਤੇ ਕਿੰਨੀ ਵੈਲੈਂਸੀ ਆ ਜਾਏਗੀ -2 ਟੂ ਕੰਪਲੀਟ ਇਟਸ ਆਕਟੇਟ। ਆਊਟਰ ਮੋਸਟ ਆਰਬਿਟਲ 'ਚ 8 ਇਲੈਕਟ੍ਰੋਨ ਪੂਰੇ ਕਰਨ ਲਈ ਉਹਨੇ 2 ਇਲੈਕਟ੍ਰੋਨ ਕੀ ਕੀਤੇ ਗੇਨ ਕੀਤੇ। ਆਕਸੀਜਨ ਵਿਲ ਗੇਨ 2 ਇਲੈਕਟ੍ਰੋਨ ਟੂ ਫਾਰਮ ਦੀ O2 ਨੈਗੇਟਿਵ। ਦਿਸ ਇਜ਼ ਨੋਨ ਐਸ ਦੀ valency loss or gain of the electron. It will form the oxide. Now the Lewis dot representation of the water. This is the Lewis dot representation। ਅਸੀਂ ਕਰਨ ਲੱਗਿਆ representation of ਠੀਕ ਆ ਤਾਂ ਇਹ ਕਿਵੇਂ ਕਰਨੀ ਹੈਗੀ ਆ ਲੂਇਸ ਡਾਟ ਰਿਪਰਜੈਂਟੇਸ਼ਨ। ਆਕਸੀਜਨ ਦਾ ਅਟੋਮਿਕ ਨੰਬਰ ਕਿੰਨਾ ਹੈਗਾ 8। ਬਾਰਲੇ 'ਚ ਕਿੰਨੇ ਇਲੈਕਟ੍ਰੋਨਸ ਹੋ ਗਏ 6। ਅਗੇਨ ਵੀ ਵਿਲ ਮੇਕ ਹੇਅਰ ਇਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੈਗੇ ਆ 6 ਇਲੈਕਟ੍ਰੋਨ। ਇਹਨਾਂ ਨੂੰ ਤੁਸੀਂ ਇੱਦਾਂ ਕਰਕੇ ਅਲੱਗ-ਅਲੱਗ ਲਿਖ ਲਓ 6 ਇਲੈਕਟ੍ਰੋਨ। ਹਾਈਡਰੋਜਨ ਦਾ 1 ਇਲੈਕਟ੍ਰੋਨ ਹੁੰਦਾ ਇਹਦਾ ਵੀ ਹਾਈਡਰੋਜਨ ਦਾ 1 ਇਲੈਕਟ੍ਰੋਨ। ਇੱਦਾਂ ਦੇਖੋ ਹਾਈਡਰੋਜਨ ਦੇ 2 ਇਲੈਕਟ੍ਰੋਨ ਪੂਰੇ ਹੋ ਗਏ ਔਰ ਇਸ ਆਕਸੀਜਨ ਦੇ 8 ਇਲੈਕਟ੍ਰੋਨ ਪੂਰੇ ਹੋ ਜਾਣਗੇ। ਠੀਕ ਹੈ ਤਾਂ ਦਿਸ ਵਿਲ ਬਾਈ ਸ਼ੇਅਰਿੰਗ ਇਲੈਕਟ੍ਰੋਨਸ ਇਹਨੂੰ ਕੀ ਕਹਿੰਦੇ ਆ ਡਾਟ ਰਿਪਰਜੈਂਟੇਸ਼ਨ ਕਹਿ ਰਹੇ ਹਾਂ। ਅਮੋਨੀਆ ਦੀ ਡਾਟ ਰਿਪਰਜੈਂਟੇਸ਼ਨ ਲੂਇਸ ਡਾਟ ਰਿਪਰਜੈਂਟੇਸ਼ਨ। ਨਾਈਟ੍ਰੋਜਨ ਦੇ ਕਿੰਨੇ ਹੁੰਦੇ ਆ KL 25। ਠੀਕ ਹੈ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੈਗੀ ਆ ਤਾਂ ਯੂ ਕੈਨ ਸ਼ੋ ਦੀ ਇਲੈਕਟ੍ਰੋਨਸ ਲਾਈਕ ਦਿਸ 2 ਇਲੈਕਟ੍ਰੋਨਸ ਇੱਕ ਇੱਦਾਂ ਦਿਖਾ ਦਿਓ। ਇਹਦੇ ਨਾਲ ਹਾਈਡਰੋਜਨ ਦਾ 1 ਇਲੈਕਟ੍ਰੋਨ। ਠੀਕ ਹੈ ਤਾਂ ਇਹ ਕੀ ਹੋ ਗਏ ਨਾਈਟ੍ਰੋਜਨ ਦੇ 8 ਇਲੈਕਟ੍ਰੋਨ ਪੂਰੇ ਹੋ ਰਹੇ ਆ। ਦੁਬਾਰਾ ਬਣਾਓ ਕਿਤੇ ਸਪੇਸ ਅੱਛੀ ਜੀ ਦੇਖ ਕੇ ਇੱਕ ਇੱਦਾਂ। ਇਟ ਵਿਲ ਸ਼ੇਅਰ 1 ਇਲੈਕਟ੍ਰੋਨ ਵਿਦ ਈਚ ਹਾਈਡਰੋਜਨ ਫॉर्म ਏ ਸਿੰਗਲ ਬੌਂਡ। ਤਾਂ ਇਹ ਕੀ ਬਣਾਉਣਗੇ ਕੋਵੈਲੈਂਟ ਬੌਂਡਸ ਬਣਾਉਂਦੇ ਆ ਬਾਏ ਸ਼ੇਅਰਿੰਗ। ਯੂ ਕੈਨ ਸੀ ਈਜ਼ਲੀ ਇਨ ਦੀ ਡਾਇਗਰਾਮ ਕਿ ਆਹ ਨਾਈਟ੍ਰੋਜਨ ਦਾ 1 ਇਲੈਕਟ੍ਰੋਨ ਦਿਖਾਇਆ ਅਤੇ ਆਹ 2 ਪੇਅਰ ਅਤੇ ਹਾਈਡਰੋਜਨ ਨੇ ਇਹਦੇ ਨਾਲ ਸ਼ੇਅਰ ਕਰਕੇ ਇਟ ਵਿਲ ਨਾਈਟ੍ਰੋਜਨ ਦੇ 8 ਇਟ ਫੋਲੋਜ਼ ਦੀ ਆਕਟੇਟ ਰੂਲ। ਅਤੇ ਹਰ ਹਾਈਡਰੋਜਨ ਵੱਧੋ ਵੱਧ ਕਿਉਂਕਿ ਹਾਈਡਰੋਜਨ 'ਚ ਸਿਰਫ K ਸ਼ੈੱਲ ਹੁੰਦਾ ਹਾਈਡਰੋਜਨ 'ਚ ਓਨਲੀ K ਸ਼ੈੱਲ। ਦੈਟਸ ਵਾਈ ਹਾਈਡਰੋਜਨ ਦੇ 2 ਇਲੈਕਟ੍ਰੋਨ ਹੀ ਕੰਬਾਈਨ ਕਰ ਸਕਦਾ ਹੈਗਾ ਕੋਵੈਲੈਂਟ ਬੌਂਡ ਫੋਰਮ ਕਰਨ ਲਈ। ਉਸ ਤੋਂ ਬਾਅਦ ਹੈਗਾ ਪੀਰੀਓਡਿਕ ਟੇਬਲ।